ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਉ ਬੁਲਾਵੇ ਤਿਉ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰ। ਦਸਾਂ ਹੀ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜੋਤ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਰਾਸ ਪਹਿਲੀ ਅੰਸੂ ਨੰਬਰ 12 ਅੱਜ ਆਰੰਭ ਹੋ ਰਿਹਾ ਹੈ। ਇਸ ਅੰਸੂ ਦੇ ਵਿੱਚ, ਇਸ ਅਧਿਆਏ ਦੇ ਵਿੱਚ ਆਪ ਸੰਗਤਾਂ ਭਾਈ ਮੱਲੂ ਸ਼ਾਹ, ਭਾਈ ਕੇਦਾਰੀ, ਭਾਈ ਦੀਪਾ, ਭਾਈ ਨਾਰਾਇਣ ਦਾਸ ਅਤੇ ਭਾਈ ਬੂਲਾ, ਇਹਨਾਂ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਕਿਹੜੇ ਉਪਦੇਸ਼ ਬਖਸ਼ਿਸ਼ ਕੀਤੇ, ਇਹ ਕਥਾ ਆਪ ਸੰਗਤਾਂ ਸਰਵਣ ਕਰੋਗੇ। ਇਹ ਸਾਧ ਸੰਗਤ ਜੀ ਅਧਿਆਏ ਦੀ ਆਰੰਭਤਾ ਹੁੰਦੀ ਹੈ ਭਾਈ ਮੱਲੂ ਸ਼ਾਹੀ ਤੋਂ। ਮੱਲੂ ਸ਼ਾਹੀ ਤੇ ਕੇਦਾਰੀ, ਇਹਨਾਂ ਦੇ ਬਾਰੇ ਭਾਈ ਗੁਰਦਾਸ ਜੀ ਵਾਰ ਨੰਬਰ 11 ਪੌੜੀ 15ਵੀਂ ਦੇ ਵਿੱਚ ਲਿਖਦੇ ਨੇ, ਮੱਲੂ ਸ਼ਾਹੀ ਸੂਰਮਾ ਵੱਡਾ ਭਗਤ ਭਾਈ ਕੇਦਾਰੀ। ਦੋਹਰਾ ਮੱਲੂ ਸ਼ਾਹੀ ਆਏ ਕਰ ਸ਼੍ਰੀ ਅੰਗਦ ਕੇ ਪਾਸ, ਕਰ ਬੰਧਨ ਬੈਠਿਓ ਨਿਕਟ ਬਿਨਤੀ ਕੀਨ ਪ੍ਰਕਾਸ਼। ਮੱਲੂ ਸ਼ਾਹੀ ਨਾਮੀ ਸਿੱਖ ਗੁਰੂ ਅੰਗਦ ਸਾਹਿਬ ਜੀ ਕੋਲ ਆਇਆ, ਨਮਸਕਾਰ ਕਰਕੇ ਬੈਠ ਗਿਆ ਤੇ ਗੁਰੂ ਜੀ ਕੋਲ ਉਸਨੇ ਬੇਨਤੀ ਕੀਤੀ, ਸ਼੍ਰੀ ਗੁਰ ਮੈਂ ਕਾਰਨ ਕਲਿਆਣ, ਆਇਓ ਸੁਨ ਤੁਮ ਸਜਸ ਮਹਾਨ। ਹੇ ਗੁਰੂ ਜੀ, ਮੈਂ ਆਪ ਜੀ ਦਾ ਸੁੰਦਰ ਮਹਾਨ ਜਸ ਸੁਣ ਕੇ ਆਪਣੇ ਕਲਿਆਣ ਲਈ ਆਇਆ ਹਾਂ। ਕਿ ਜੈ ਆਪ ਆਪਨੋ ਉਪਦੇਸ਼, ਜਿਸ ਤੇ ਬਿਨ ਸੈ ਸਗਲ ਕਲੇਸ਼। ਕਿਰਪਾ ਕਰਕੇ ਆਪਣਾ ਉਪਦੇਸ਼ ਦਿਓ, ਜਿਸ ਸਦਕਾ ਸਾਰੇ ਕਲੇਸ਼ ਦੂਰ ਹੋ ਜਾਣ। ਕਰਤ ਚਾਕਰੀ ਮੁਗਲਨ ਕੇਰੀ, ਕਰੋ ਜੀਵ ਕਾ ਤਹਾਂ ਕਨੇਰੀ। ਮੁਗਲਾਂ ਦੀ ਨੌਕਰੀ ਕਰਦੇ ਹੋਇਆਂ ਮੈਂ ਉੱਥੇ ਬਹੁਤ ਚੰਗੀ ਰੋਜੀ ਕਮਾ ਲੈਂਦਾ ਹਾਂ। ਹਲਤ ਭਲਤ ਮੁਖ ਊਜਲ ਰਹਿ, ਅਸ ਕਰਨੀ ਕੋ ਮਮ ਚਿਤ ਚਹਿ। ਮੇਰਾ ਲੋਕ ਪਰਲੋਕ ਵਿੱਚ ਮੁਖ ਉਜਲ ਰਹੇ। ਮੇਰਾ ਇਸ ਤਰ੍ਹਾਂ ਦੀ ਕਮਾਈ ਕਰਨ ਨੂੰ ਚਿੱਤ ਚਾਹੁੰਦਾ ਹੈ।
ਸੁਨ ਕਰ ਸ਼ਰਧਾ ਭਿਖ ਕਰ ਭਾਰੇ, ਸ਼੍ਰੀ ਅੰਗਦ ਗੁਰ ਬਾਕ ਉਚਾਰੇ। ਉਸ ਦੇ ਬੋਲ ਸੁਣ ਕੇ ਤੇ ਉਸ ਦੀ ਭਾਰੀ ਸ਼ਰਧਾ ਵੇਖ ਕੇ ਸ਼੍ਰੀ ਗੁਰੂ ਅੰਗਦ ਜੀ ਨੇ ਕਥਨ ਕੀਤਾ, ਭਾਈ ਮੱਲੂ ਹਿਰਦੇ ਵਿਚਾਰੋ, ਦੇਹ ਅਨਿਤ ਸਦਾ ਨਿਰਧਾਰੋ। ਹੇ ਭਾਈ ਮੱਲੂ ਸ਼ਾਹੀ, ਆਪਣੇ ਹਿਰਦੇ ਵਿੱਚ ਵਿਚਾਰ ਕਰ ਲਵੋ ਕਿ ਇਹ ਦੇਹ ਸਦਾ ਨਹੀਂ ਰਹਿਣ ਵਾਲੀ, ਇਹ ਹੀ ਹਿਰਦੇ ਅੰਦਰ ਧਾਰਨ ਕਰ ਲਵੋ। ਸੋ ਤੋ ਮਿਰਤਕ ਜਾਨ ਹੀ ਲੀਜੈ, ਇਸ ਹਿਤ ਚਿਤ ਨਹਿ ਸੰਸਾ ਕੀਜੈ। ਸੋ ਆਪਣੇ ਆਪ ਨੂੰ ਮਰਿਆ ਸਮਾਨ ਹੀ ਜਾਣੋ, ਇਸ ਲਈ ਮਨ ਵਿੱਚ ਕੋਈ ਸੰਸਾ ਨਾ ਕਰੋ। ਆਤਮ ਸਦਾ ਸਾਚ ਹੀ ਜਾਨੋ, ਕਿਸ ਕੋ ਮਰਿਓ ਮਰੈ ਨ ਮਾਨੋ। ਆਤਮਾ ਨੂੰ ਹਮੇਸ਼ਾ ਸੱਚੀ ਜਾਣੋ, ਜੋ ਕਿਸੇ ਦੇ ਵੀ ਮਾਰਨ ਤੇ ਮਰ ਜਾਵੇਗੀ, ਬਿਲਕੁਲ ਨਾ ਮੰਨੋ। ਆਤਮਾ ਨੂੰ ਕੋਈ ਮਾਰ ਨਹੀਂ ਸਕਦਾ। ਸੋ ਤੋ ਮਿਰਤਕ ਜਾਨ ਹੀ ਲੀਚੈ, ਪਾਵਕ ਦਾਹ ਕਰਤ ਨਹੀਂ ਤਿਸੈ। ਜਲ ਨਾ ਡੁਬਾਏ ਸਕੈ ਨਿਜ ਬਿਸੈ। ਅੱਗ ਵੀ ਉਸ ਆਤਮਾ ਨੂੰ ਸਾੜ ਨਹੀਂ ਸਕਦੀ, ਪਾਣੀ ਵੀ ਆਪਣੇ ਵਿੱਚ ਨਹੀਂ ਡੋਬ ਸਕਦਾ। ਸ਼ਸਤਰਨ ਤੇ ਨਹਿ ਛੇਦਿਓ ਜਾਏ, ਜਿਸ ਕੋ ਪੌਣ ਨਾ ਸਕਹਿ ਡੁਲਾਏ। ਇਸ ਨੂੰ ਸ਼ਸਤਰਾਂ ਨਾਲ ਵੀ ਨਹੀਂ ਕੱਟਿਆ ਜਾ ਸਕਦਾ, ਇਸ ਨੂੰ ਹਵਾ ਵੀ ਡੁਲਾ ਨਹੀਂ ਸਕਦੀ। ਕਾਲ ਵਿਨਾਸ਼ਕ ਸਭਨ ਵਿਸਾਲਾ, ਆਤਮ ਇਹ ਕਾਲ ਕੋ ਕਾਲਾ। ਕਾਲ ਸਭ ਨੂੰ ਨਾਸ਼ ਕਰ ਦਿੰਦਾ ਹੈ, ਪਰ ਆਤਮਾ ਕਾਲ ਦਾ ਕਾਲ ਹੈ। ਭਾਵ ਆਤਮਾ ਅਕਾਲ ਹੈ। ਜਗ ਕੋ ਲਖ ਕੈ ਸੁਪਨ ਸਮਾਨੈ, ਵਰਨਾਸ਼ਰਮਨ ਕਿਰਿਆ ਸੋ ਠਾਨੈ। ਜਗਤ ਨੂੰ ਸੁਪਨੇ ਸਮਾਨ ਜਾਣ ਕੇ ਮਨੁੱਖ ਵਰਨ ਆਸ਼ਰਮ ਅਨੁਸਾਰ ਕੰਮ ਕਰਨਾ ਧਰਮ ਧਾਰਨ ਕਰੇ। ਕਾਲ ਜਾਂ ਮੌਤ ਬਾਰੇ ਗੁਰਬਾਣੀ ਵਿੱਚ ਇਸ ਤਰ੍ਹਾਂ ਵਰਣਨ ਹੈ, ਜੋ ਉਪਜੈ ਸੋ ਕਾਲ ਸੰਘਾਰਿਆ, ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ। ਜਿਹੜਾ ਵੀ ਪੈਦਾ ਹੋਇਆ ਹੈ, ਮੌਤ ਉਸ ਦਾ ਨਾਸ਼ ਕਰ ਦੇਵੇਗੀ। ਅਸੀਂ ਗੁਰੂ ਸ਼ਬਦ ਨਾਲ ਜੁੜ ਗਏ, ਤਾਂ ਕਰਕੇ ਅਸੀਂ ਆਤਮਿਕ ਮੌਤੇ ਨਹੀਂ ਮਰੇ। ਜਾਨ ਬਲੇ ਸਭ ਹੀ ਮ੍ਰਿਤ ਕੇ, ਕੋਈ ਰਾਮ ਰਸੂਲ ਨਾ ਬਾਚਨ ਪਾਏ। ਸਾਰੇ ਹੀ ਮੌਤ ਦੇ ਜਾਲ ਵਿੱਚ ਬੱਝੇ ਹੋਏ ਹਨ। ਚਾਹੇ ਸ਼੍ਰੀ ਰਾਮ ਜੀ ਹੋਏ, ਚਾਹੇ ਮੁਹੰਮਦ ਸਾਹਿਬ ਹੋਏ, ਸਾਰਿਆਂ ਨੂੰ ਆਪਣੇ ਆਪਣੇ ਸਮੇਂ ਤੇ ਇੱਥੋਂ ਜਾਣਾ ਪਿਆ। ਬ੍ਰਹਮ ਗਿਆਨ ਕੋ ਨਿਤਿ ਅਭਿਆਸੈ, ਤਨ ਹੰਤਾ ਲਖ ਝੂਠ ਬਿਨਾਸੈ। ਬ੍ਰਹਮ ਗਿਆਨ ਦਾ ਹਮੇਸ਼ਾ ਅਭਿਆਸ ਜਾਰੀ ਰੱਖੋ। ਦੇਹੀ ਹੰਕਾਰ ਨੂੰ ਝੂਠ ਸਮਝ ਕਰ ਇਸ ਦਾ ਤਿਆਗ ਕਰ ਦਿਓ, ਹੰਕਾਰ ਦਾ। ਇਮ ਹੀ ਕ੍ਰਿਸ਼ਨ ਕੀਨੇ ਉਪਦੇਸ਼, ਅਰਜਨ ਧਾਰਿਓ ਹਿਰਦੇ ਵਿਸ਼ੇਸ਼। ਇਸ ਤਰ੍ਹਾਂ ਹੀ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ ਸੀ, ਅਤੇ ਜਿਸ ਨੂੰ ਅਰਜਨ ਨੇ ਖਾਸ ਤੌਰ ਤੇ ਹਿਰਦੇ ਵਿੱਚ ਧਾਰਨ ਕਰ ਲਿਆ ਸੀ। ਵਰਨ ਧਰਮ ਰਣ ਕਰੋ ਮਹਾਨੇ, ਆਤਮ ਸਾਚ ਕੂੜ ਤਨ ਜਾਣੇ। ਜਾਤੀ ਧਰਮ ਧਾਰਨ ਕਰਕੇ ਆਪਣੇ ਆਪ ਨੂੰ ਮਹਾਨ ਕਰ ਲਵੋ, ਪਰ ਆਤਮਾ ਨੂੰ ਸੱਚੀ ਤੇ ਦੇਹੀ ਨੂੰ ਸਭ ਝੂਠ ਹੀ ਜਾਣੋ।
ਦੀਜਹਿ ਦਾਨ ਸੁਕਰਮ ਕਰੀਜਹਿ, ਤਨ ਬਿਨ ਸਨ ਨਹਿ ਸੰਸਾ ਕੀਜਹਿ। ਦਾਨ ਦੇ ਕੇ ਸ੍ਰੇਸ਼ਟ ਕਰਮ ਕਰੋ। ਸਰੀਰ ਨੇ ਖਤਮ ਹੋ ਜਾਣਾ, ਇਸ ਗੱਲ ਦਾ ਬਿਲਕੁਲ ਸੰਸਾ ਨਾ ਕਰੋ। ਇਹ ਸਰੀਰ ਤੇ ਹੈ ਹੀ ਨਾਸ਼ ਹੋ ਜਾਣ ਵਾਲਾ। ਤਾਂ ਕਰਕੇ ਜਿੰਨਾ ਚਿਰ ਮਿਲਿਆ ਇਹਦੇ ਨਾਲ ਨੇਕ ਅਤੇ ਚੰਗੇ ਕੰਮ ਕਰੀਏ। ਦੇਸ਼ ਕਾਲ ਵਸਤੂ ਮਿਲ ਤੀਨ, ਤਬ ਹੋਏ ਕਾਇਆ ਪ੍ਰਾਨ ਬਹੀਨ। ਜਦ ਸਮਾਂ, ਸਥਾਨ ਤੇ ਵਸਤੂ ਇਕੱਠੇ ਹੋ ਜਾਂਦੇ ਹਨ, ਤਦ ਦੇਹੀ ਸਵਾਸ ਰਹਿਤ ਹੋ ਜਾਂਦੀ ਹੈ। ਪੂਰਨ ਬੈ ਕੋ ਸਮਾ ਜੋ ਆਵੈ, ਜਿਸ ਥਲ ਦੇਹ ਗਿਰਹਿ ਸੋ ਪਾਵੈ। ਉਸ ਵਕਤ ਉਮਰ ਦੇ ਪੂਰੇ ਹੋਣ ਦਾ ਸਮਾਂ ਆ ਜਾਂਦਾ ਹੈ, ਤਾਂ ਜਿਸ ਥਾਂ ਤੇ ਦੇਹੀ ਨੇ ਨਾਸ਼ ਹੋਣਾ ਹੁੰਦਾ ਹੈ, ਦੇਹੀ ਉਹ ਥਾਂ ਪਾਲ ਲੈਂਦੀ ਹੈ। ਉੱਥੇ ਅਸੀਂ ਪਹੁੰਚ ਜਾਂਦੇ ਹਾਂ ਜਿੱਥੇ ਸਾਡਾ ਨਾਸ਼ ਹੋਣਾ ਲਿਖਿਆ ਹੁੰਦਾ। ਉਸ ਥਾਂ ਦੇ ਉੱਤੇ ਅਸੀਂ ਪਹੁੰਚ ਜਾਂਦੇ ਹਾਂ। ਤ੍ਰਿਤੀਏ ਜਿਸ ਤੇ ਹੋਵਨ ਘਾਤ, ਬਿਆਦ ਕੇ ਆਯੁਧਾਤ ਮਿਲ ਜਾਤ। ਤੀਸਰਾ, ਜਿਸ ਨਾਲ ਇਸ ਸਰੀਰ ਨੇ ਨਾਸ਼ ਹੋਣਾ ਹੈ, ਉਸ ਵਾਸਤੇ ਦੁੱਖ, ਰੋਗ ਰੂਪੀ ਸ਼ਸਤਰ ਆਦਿ ਮਿਲ ਜਾਂਦੇ ਹਨ। ਜੇ ਇਸ ਸਰੀਰ ਨੇ ਕਿਸੇ ਦੁੱਖ ਰੋਗ ਨਾਲ ਨਾਸ਼ ਹੋਣਾ ਹੋਵੇ, ਉਹ ਦੁੱਖ ਰੋਗ ਲੱਗ ਜਾਂਦੇ ਨੇ। ਇਨ ਤੀਨੋਂ ਬਿਨ ਇਕੱਠੇ ਹੋਏ, ਪ੍ਰਾਨ ਹਾਨ ਕਿਮ ਨਹਿ ਕਿਸ ਜੋਏ। ਇਹਨਾਂ ਤਿੰਨਾਂ ਦੇ ਮਿਲਿਆਂ ਬਗੈਰ ਕਿਸੇ ਦੇ ਪ੍ਰਾਣਾਂ ਦੀ ਹਾਨੀ, ਮੌਤ ਨਹੀਂ ਹੁੰਦੀ ਦੇਖੀ। ਬਿਨ ਤ੍ਰੈ ਮਿਲੈ ਕਾਲ ਰਖਵਾਰੋ, ਮਰਤ ਨਹੀਂ ਨੀਕੇ ਉਰ ਧਾਰੋ। ਇਹਨਾਂ ਤਿੰਨਾਂ ਦੇ ਮਿਲਿਆਂ ਬਗੈਰ ਕਾਲ ਰੱਖਿਆ ਕਰਦਾ ਹੈ। ਮਨੁੱਖ ਮਰਦਾ ਨਹੀਂ, ਚੰਗੀ ਤਰ੍ਹਾਂ ਜਾਣ ਲਵੋ। ਜੇਕਰ ਜੁਧ ਆਨ ਕਿਤ ਪਰੈ, ਅਲਪ ਕੇ ਬਹੁਤੇ ਨਹੀਂ ਵਿਚਰੈ। ਕਿਸੇ ਥਾਂ ਤੇ ਜੰਗ ਆਣ ਲੱਗੇ ਤਾਂ ਬਹੁਤੇ ਨਹੀਂ, ਥੋੜ੍ਹੇ ਹੀ ਲੋਕ ਮਰਦੇ ਹਨ। ਅਲਪ ਕੇ ਬਹੁਤੇ ਨਹੀਂ ਵਿਚਰੈ। ਸਤਿਗੁਰ ਸੱਚੇ ਪਾਤਸ਼ਾਹ ਸਮਝਾ ਰਹੇ ਨੇ, ਭਾਈ, ਜਦੋਂ ਸਮਾਂ, ਸਥਾਨ ਅਤੇ ਕਾਰਨ, ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ, ਇਸ ਸਰੀਰ ਦਾ ਫਿਰ ਉਦੋਂ ਨਾਸ਼ ਹੁੰਦਾ। ਪਰਮਾਤਮਾ ਜੀ ਨੇ ਜਿੱਥੇ ਲਿਖਿਆ ਹੋਵੇ, ਜਿਵੇਂ ਵਾਹਿਗੁਰੂ ਜੀ ਦੇ ਕੌਤਕ ਹੋਣ, ਉਸੇ ਤਰ੍ਹਾਂ ਹੀ ਫਿਰ ਇਸ ਸਰੀਰ ਦਾ ਨਾਸ਼ ਹੁੰਦਾ। ਇਸ ਮੌਕੇ ਤੇ ਸਾਧ ਸੰਗਤ ਜੀ, ਮੈਨੂੰ ਚੇਤੇ ਆ ਜਾਂਦਾ ਸਿੱਖ ਮਿਸ਼ਨਰੀ ਕਾਲਜ ਦੇ ਇੱਕ ਬੜੇ ਗੁਰਮੁਖ ਪਿਆਰੇ ਭਾਈ ਗੁਰਬੀਰ ਸਿੰਘ ਜੀ ਹੁੰਦੇ ਸੀ ਚੰਡੀਗੜ੍ਹ। ਉਹਨਾਂ ਨੇ ਬੜਾ ਗੁਰਮਤਿ ਦਾ ਪ੍ਰਚਾਰ ਕੀਤਾ। ਬੱਚਿਆਂ ਦੀਆਂ ਧਾਰਮਿਕ ਕਲਾਸਾਂ ਲਾਇਆ ਕਰਨੀਆਂ, ਬੱਚਿਆਂ ਨੂੰ ਐਜੂਕੇਸ਼ਨ ਦੇਣੀ, ਬੱਚਿਆਂ ਦੀਆਂ ਟਿਊਸ਼ਨਾਂ ਰਖਾਉਣੀਆਂ, ਧਾਰਮਿਕ ਪ੍ਰੀਖਿਆਵਾਂ ਕਰਾਉਣੀਆਂ। ਬੜੇ ਉਹਨਾਂ ਨੇ ਸਾਰੀ ਜ਼ਿੰਦਗੀ ਸੇਵਾ 'ਚ ਲਾ ਦਿੱਤੀ। ਅਨੇਕਾਂ ਹੀ ਲੋਕਾਂ ਦੇ ਜਦੋਂ ਅੰਤਮ ਅਰਦਾਸਾਂ ਹੋਣੀਆਂ, ਉਹਨਾਂ ਨੇ ਕਥਾ ਸੁਣਾਉਣੀ। ਜਦੋਂ ਉਹਨਾਂ ਦਾ ਆਪਣਾ ਸਮਾਂ ਆਇਆ, ਆਪਣੇ ਬੇਟੇ ਦੇ ਕੋਲ ਗਏ ਵਿਦੇਸ਼ ਦੇ ਵਿੱਚ। ਉੱਥੇ ਜਾ ਕੇ ਗੱਡੀ ਦਾ ਐਕਸੀਡੈਂਟ ਹੋਇਆ, ਉਹਨਾਂ ਦੀ ਡੈਥ ਹੋ ਗਈ। ਭਾਵ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਜੀਵ ਨੂੰ ਉੱਥੇ ਲੈ ਜਾਂਦੇ ਨੇ ਜਿੱਥੇ ਉਹਦੀ ਮੌਤ ਲਿਖੀ ਹੋਵੇ। ਨਹੀਂ ਤਾਂ ਬਾਹਰਲੇ ਦੇਸ਼ਾਂ ਵਿੱਚ ਤਾਂ ਕਿਹਾ ਜਾਂਦਾ ਵੀ ਬੜੇ ਉੱਥੇ ਸੇਫਟੀ ਰੂਲ ਬੜੇ ਵਰਤੇ ਜਾਂਦੇ ਆ, ਲੋਕੀ ਬਹੁਤ ਧਿਆਨ ਦੇ ਨਾਲ ਚੱਲਦੇ ਨੇ, ਪਰ ਉਹਨਾਂ ਦੀ ਉੱਥੇ ਲਿਖੀ ਸੀ। ਸਾਰੀ ਜ਼ਿੰਦਗੀ ਕਥਾ ਪ੍ਰਚਾਰ ਇੰਡੀਆ 'ਚ ਕਰਦੇ ਰਹੇ, ਡੈਥ ਹੋਈ ਉਹਨਾਂ ਦੀ ਵਿਦੇਸ਼ 'ਚ ਜਾ ਕੇ। ਜਦੋਂ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਣ, ਸਮਾਂ, ਸਥਾਨ ਅਤੇ ਕਾਰਨ,
ਉਦੋਂ ਫਿਰ ਜੀਵ ਨੂੰ ਸੰਸਾਰ ਤੋਂ ਜਾਣਾ ਪੈਂਦਾ। ਫਿਰ ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਕਿਉਂਕਿ ਇਹ ਜਿਹੜਾ ਗੁਰਮੁਖ ਬੇਨਤੀ ਕਰ ਰਿਹਾ, ਇਹ ਫੌਜ ਦੇ ਵਿੱਚ ਨੌਕਰੀ ਕਰਦਾ। ਸਤਿਗੁਰੂ ਸਮਝਾਉਂਦੇ ਵੀ ਜੇ ਕਿਤੇ ਜੰਗ ਕਰਨੀ ਪੈ ਜਾਵੇ, ਉੱਥੇ ਥੋੜ੍ਹਿਆਂ ਬਹੁਤਿਆਂ ਦੀ ਵਿਚਾਰ ਨਹੀਂ ਕਰਨੀ ਕਿ ਜਿਨ੍ਹਾਂ ਦੇ ਨਾਲ ਜੰਗ ਕਰਨੀ ਆ ਉਹਨਾਂ ਦੀ ਗਿਣਤੀ ਥੋੜ੍ਹੀ ਹੈ ਜਾਂ ਬਹੁਤੀ, ਜੂਝ ਜਾਣਾ। ਪੀਠ ਨ ਦੇਹ ਸਮੁਖ ਰਿਪ ਰਹਿ, ਨਿਰਭੈ ਸ਼ਸਤਰ ਬਹਿ ਜਸ ਲਹਿ। ਜੋਧੇ ਪਿੱਠ ਨਹੀਂ ਵਿਖਾਉਂਦੇ, ਵੈਰੀ ਦੇ ਸਾਹਮਣੇ ਰਹਿੰਦੇ ਹਨ, ਨਿਰਭੈ ਹੋ ਕੇ ਸ਼ਸਤਰ ਚਲਾਉਂਦੇ ਹਨ ਤੇ ਜਸ ਖੱਟਦੇ ਹਨ। ਜਗ ਮਹਿ ਪ੍ਰਾਪਤ ਬ੍ਰਿੰਦ ਪਦਾਰਥ, ਲੈ ਸਤ ਸੰਗਤ ਲਾਏ ਸਕਾਰਤ। ਅਜਿਹੇ ਪੁਰਸ਼ ਜਗਤ ਵਿੱਚੋਂ ਪ੍ਰਾਪਤ ਬੇਅੰਤ ਚੀਜ਼ਾਂ ਭਲੇ ਲੋਕਾਂ ਦੀ ਸੰਗਤ ਵਿੱਚ ਲਾ ਕੇ ਜੀਵਨ ਸਫਲਾ ਕਰਦੇ ਹਨ। ਜੇ ਰਣ ਮਹਿ ਸਨਮੁਖ ਮ੍ਰਿਤ ਪਾਵੈ, ਸਵਰਗ ਨਿਸੰਸੈ ਸੂਰ ਸਿਧਾਵੈ। ਜੋ ਯੁੱਧ ਵਿੱਚ ਵੈਰੀ ਦੇ ਸਾਹਮਣੇ ਹੋ ਕੇ ਲੜ ਕੇ ਸ਼ਹੀਦੀ ਪ੍ਰਾਪਤ ਕਰਦੇ ਹਨ, ਬਿਨਾਂ ਸ਼ੱਕ ਉਹ ਸੂਰਮੇ ਸਵਰਗਾਂ ਨੂੰ ਜਾਂਦੇ ਹਨ, ਐਸਾ ਮੰਨਿਆ ਜਾਂਦਾ। ਇਮ ਦੁਐ ਲੋਕਣ ਉਜਲ ਆਨਨ, ਕਰ ਕਲਿਆਣ ਏਵ ਨਿਜ ਪ੍ਰਾਨਨ। ਇਸ ਤਰ੍ਹਾਂ ਉਹਨਾਂ ਦੇ ਦੋਹਾਂ ਲੋਕਾਂ ਵਿੱਚ ਮੁੱਖ ਉਜਲ ਰਹਿੰਦੇ ਹਨ ਤੇ ਉਹ ਇਉਂ ਆਪਣੇ ਸਵਾਸਾਂ ਦਾ ਕਲਿਆਣ ਕਰਦੇ ਨੇ ਜਿਹੜੇ ਜੰਗ ਦੇ ਵਿੱਚ ਜੂਝ ਕੇ ਸ਼ਹੀਦ ਹੋ ਜਾਂਦੇ ਆ। ਉਹਨਾਂ ਦੇ ਸਾਧ ਸੰਗਤ ਜੀ ਜਿਹੜੇ ਦੋਵੇਂ ਲੋਕ ਨੇ ਉਹ ਸਵਰ ਜਾਂਦੇ ਨੇ। ਉਹਨਾਂ ਗੁਰਮੁਖ ਪਿਆਰਿਆਂ ਦਾ ਸੰਸਾਰ ਦੇ ਵਿੱਚ ਆਉਣਾ, ਜੰਗ ਦੇ ਵਿੱਚ ਜੂਝ ਜਾਂਦੇ ਤੇ ਸ਼ਹਾਦਤ ਦਾ ਜਾਮ ਪੀਂਦੇ ਨੇ, ਉਹਨਾਂ ਦਾ ਸੰਸਾਰ ਦੇ ਵਿੱਚ ਆਉਣਾ ਸਫਲਾ ਹੈ। ਉਹ ਉੱਜਲ ਮੁਖ ਵਾਲੇ ਹੁੰਦੇ ਨੇ। ਸਤਿਗੁਰੂ ਜੀ ਨੇ ਬਚਨ ਕੀਤਾ, ਮੱਲੂ ਸ਼ਾਹੀ ਸੁਨਿ ਉਪਦੇਸ਼, ਬਰਤਨ ਲਾਗਿਓ ਤਥਾ ਹਮੇਸ਼। ਮੱਲੂ ਸ਼ਾਹੀ ਗੁਰੂ ਜੀ ਦਾ ਉਪਦੇਸ਼ ਸੁਣ ਕੇ ਹਮੇਸ਼ਾ ਲਈ ਉਪਦੇਸ਼ ਨੂੰ ਆਪਣੇ ਉੱਪਰ ਲਾਗੂ ਕਰਨ ਲੱਗਿਆ। ਵੰਡ ਖਾਏ ਨਿਜ ਧਰਮ ਵਿਚਾਰੈ, ਆਤਮ ਤਨ ਸੱਤਾ ਸਤ ਧਾਰੈ। ਉਹ ਕਿਰਤ ਕਮਾਈ ਨੂੰ ਵੰਡ ਕੇ ਖਾਂਦਾ, ਆਪਣੇ ਧਰਮ ਨੂੰ ਵਿਚਾਰਦਾ, ਆਤਮਾ ਨੂੰ ਸੱਚੀ ਤੇ ਸਰੀਰ ਨੂੰ ਝੂਠੀ ਧਾਰਨ ਕਰਦਾ। ਇੱਕ ਦਿਨ ਆਇਓ ਨਾਮ ਕੇਦਾਰੀ, ਸਤਿਗੁਰ ਆਗੈ ਬਿਨੈ ਉਚਾਰੀ। ਇੱਕ ਦਿਨ ਉੱਥੇ ਕੇਦਾਰੀ ਨਾਮ ਦਾ ਇੱਕ ਸਿੱਖ ਆਇਆ। ਉਸਨੇ ਗੁਰੂ ਜੀ ਅੱਗੇ ਬੇਨਤੀ ਕੀਤੀ, ਕਾਮ ਕ੍ਰੋਧ ਮਹਿ ਜਲ ਤੋ ਜਗਤ, ਮੋਹਿ ਉਬਾਰੋ ਕਰ ਨਿਜ ਭਗਤ। ਸਤਿਗੁਰੂ ਜੀ, ਜਗਤ ਕਾਮ ਕ੍ਰੋਧ ਵਿੱਚ ਜਲ ਰਿਹਾ ਹੈ, ਕਿਰਪਾ ਕਰਕੇ ਮੈਨੂੰ ਆਪਣਾ ਭਗਤ ਬਣਾ ਕੇ ਇਸ ਵਿੱਚੋਂ ਬਚਾ ਲਓ। ਤਰਾਸ ਪਾਏ ਮੈਂ ਸ਼ਰਨ ਤਿਹਾਰੀ, ਆਨ ਪਰਿਓ ਦਿਓ ਆਸਰ ਭਾਰੀ। ਮੈਂ ਭੈ ਖਾ ਕੇ ਡਰ ਕੇ ਆਪ ਜੀ ਦੀ ਸ਼ਰਨ ਵਿੱਚ ਆਣ ਪਿਆ, ਮੈਨੂੰ ਆਪਣਾ ਵੱਡਾ ਆਸਰਾ ਦੇਵੋ। ਸੁਣ ਕੇ ਸ਼੍ਰੀ ਅੰਗਦ ਤਿਸ ਕਹਿਓ, ਸਕਲ ਬਿਕਾਰਨ ਤੇ ਜਗ ਦਹਿਓ। ਸੁਣ ਕੇ ਸ਼੍ਰੀ ਗੁਰੂ ਅੰਗਦ ਜੀ ਨੇ ਉਸ ਨੂੰ ਫਰਮਾਇਆ, ਇਹ ਜਗਤ ਸਾਰੇ ਵਿਸ਼ੇ ਵਿਕਾਰਾਂ ਕਰਕੇ ਜਲ ਰਿਹਾ ਹੈ। ਜਿਮ ਦੌ ਲੱਗਿਓ ਮਹਾ ਸਭ ਬਨ ਕੋ, ਫਾਦ ਜਾਤ ਮ੍ਰਿਗ ਕਰ ਬਲ ਤਨ ਕੋ। ਜਿਸ ਤਰ੍ਹਾਂ ਜੰਗਲ ਨੂੰ ਦਾਵਾ ਅਗਨੀ ਲੱਗੀ ਹੁੰਦੀ ਹੈ, ਜੰਗਲ ਦੇ ਵਿੱਚ ਲੱਗਣ ਵਾਲੀ ਜਿਹੜੀ ਅੱਗ ਆ
ਉਹਨੂੰ ਦੌਂ ਕਹਿੰਦੇ ਆ। ਦੌਂ ਤੋਂ ਭਾਵਿਆ ਦਾਵਾ ਅਗਨੀ, ਜੋ ਜੰਗਲ ਦੀ ਅੱਗ ਹੁੰਦੀ ਹੈ, ਜੋ ਬਿਰਛਾਂ ਦੇ ਆਪਸ ਵਿੱਚ ਖਹਿਣ ਤੇ ਪੈਦਾ ਹੁੰਦੀ ਆ, ਉਹਨੂੰ ਦਾਵਾ ਅਗਨੀ ਕਹਿੰਦੇ ਆ। ਗੁਰਬਾਣੀ ਵਿੱਚ ਇਹਦਾ ਜ਼ਿਕਰ ਹੈ, ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓਰੀ। ਜਿਹੜੇ ਸੁੱਕੇ ਹੋਏ ਰੁੱਖ ਨੇ ਉਹ ਜਦੋਂ ਆਪਸ ਦੇ ਨਾਲ ਘਸਰਦੇ ਨੇ, ਉਹਨਾਂ ਨੂੰ ਅੱਗ ਲੱਗ ਜਾਂਦੀ ਆ, ਬਿਰਛਾਂ ਦੇ ਆਪਸ ਦੇ ਵਿੱਚ ਖਹਿਣ ਕਰਕੇ। ਜਿਹੜੇ ਵਿਦੇਸ਼ਾਂ ਦੇ ਵਿੱਚ ਜੰਗਲ ਨੇ, ਉਹਨਾਂ ਦੇ ਵਿੱਚ ਕੋਈ ਆਮ ਲੋਕ ਜਿਹੜੇ ਨਾ ਉਹ ਪੇੜ ਪੌਦੇ ਕੱਟਦੇ ਨੇ। ਜਿੱਥੇ ਕੋਈ ਰੁੱਖ ਉੱਗਿਆ ਬਸ ਉੱਥੇ ਉੱਗਿਆ ਹੋਇਆ। ਜੇ ਕੋਈ ਰੁੱਖ ਆਪਣੀ ਉਮਰ ਭੋਗ ਕੇ ਉੱਥੇ ਡਿੱਗ ਪਿਆ ਵਾ, ਉਹਨੇ ਉਸੇ ਤਰ੍ਹਾਂ ਡਿੱਗੇ ਰਹਿਣਾ। ਆਮ ਲੋਕੀ ਉਹਨੂੰ ਛੇੜਦੇ ਨਹੀਂ। ਮੈਂ ਵਿਦੇਸ਼ਾਂ ਦੇ ਕੈਨੇਡਾ ਤੇ ਆਦਿ ਦੇ ਜੰਗਲਾਂ 'ਚ ਸੈਰ ਕਰਕੇ ਵੇਖੀ ਆ, ਲੰਬੇ ਲੰਬੇ ਜੰਗਲ, ਉਹਨਾਂ ਵਿੱਚ ਜਿੱਥੇ ਰੁੱਖ ਪਿਆ ਬਸ ਉੱਥੇ ਹੀ ਉਹਨੇ ਗਲ ਸੜ ਜਾਣਾ, ਉਹਨੂੰ ਚੁੱਕਣਾ ਨਹੀਂ ਕਿਸੇ ਨੇ। ਵਿੱਚ ਟਰੈਕ ਜ਼ਰੂਰ ਬਣੇ ਹੋਏ ਆ ਚੱਲਣ ਫਿਰਨ ਵਾਸਤੇ, ਬਹੁਤ ਸੋਹਣੇ ਉਹਨਾਂ ਵਿੱਚ ਝਰਨੇ ਚੱਲ ਰਹੇ ਆ। ਸਾਡੇ ਵਾਂਗੂ ਲੋਕੀ ਉਹਨਾਂ ਵਿੱਚ ਗੰਦਗੀ ਨਹੀਂ ਸੁੱਟਦੇ, ਤੇ ਬਹੁਤ ਸੋਹਣੇ ਸਾਫ ਸੁਥਰੇ ਪਾਣੀ, ਜਿੱਥੇ ਰੁੱਖ ਡਿੱਗੇ ਡਿੱਗੇ ਆ। ਕਈ ਥਾਵਾਂ ਤੇ ਸੁੱਕੇ ਰੁੱਖ ਨੇ, ਜਦੋਂ ਆਪਸ ਦੇ ਵਿੱਚ ਉਹ ਖਹਿੰਦੇ ਨੇ, ਉਹਨਾਂ ਨੂੰ ਅੱਗ ਲੱਗ ਜਾਂਦੀ ਆ। ਉਹਨੂੰ ਕਿਹਾ ਗੁਰਬਾਣੀ ਵਿੱਚ ਦਾਵਾ ਅਗਨ, ਜੰਗਲ ਦੀ ਅੱਗ ਨੂੰ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਸਮਝਾਇਆ ਭਾਈ ਕੇਦਾਰੀ ਨੂੰ। ਕਹਿਣ ਲੱਗੇ, ਜਦੋਂ ਜੰਗਲ ਦੇ ਵਿੱਚ ਦਾਵਾ ਅਗਨੀ ਲੱਗੀ ਹੁੰਦੀ ਆ ਤੇ ਜ਼ੋਰ ਨਾਲ ਮਿਰਗ ਨੂੰ ਵੀ ਫਾਹ ਲੈਂਦੀ ਆ। ਜਿਹੜੇ ਹਿਰਨ ਇਤਿਆਦਿਕ ਨੇ ਉਹ ਵੀ ਉਸ ਜੰਗਲ ਦੇ ਵਿੱਚ ਸੜ ਜਾਂਦੇ ਨੇ। ਇੱਦਾਂ ਦੀਆਂ ਖਬਰਾਂ ਆਪਾਂ ਸੁਣਦੇ ਰਹਿੰਦੇ ਹਾਂ। ਕਦੇ ਕਿਸੇ ਵਿਦੇਸ਼ ਵਿੱਚ ਅੱਗ ਲੱਗ ਜਾਂਦੀ ਆ, ਕਦੇ ਕਿਸੇ ਦੇਸ਼ ਵਿੱਚ ਅੱਗ ਲੱਗ ਜਾਂਦੀ ਆ। ਫਿਰ ਉਹ ਕਿੰਨਾ ਕਿੰਨਾ ਸਮਾਂ ਜਿਹੜੀ ਅੱਗ ਹੈ ਉਹ ਸਾਧ ਸੰਗਤ ਜੀ ਬੁਝਦੀ ਨਹੀਂ। ਬੜੇ ਯਤਨ ਕੀਤੇ ਜਾਂਦੇ ਨੇ, ਹੈਲੀਕਾਪਟਰ ਇਤਿਆਦਿ ਦੇ ਰਾਹੀਂ ਉੱਥੇ ਪਾਣੀ ਦੀ ਬੁਛਾੜ ਕੀਤੀ ਜਾਂਦੀ ਆ। ਰੱਬ ਸਬੱਬੀ ਜਦੋਂ ਕਿਤੇ ਮੌਸਮ ਚੇਂਜ ਹੋਵੇ, ਜਦੋਂ ਕਿਤੇ ਮੀਂਹ ਪੈ ਜਾਵੇ, ਤਾਂ ਕਿਤੇ ਆਪਣੇ ਆਪ ਉਹ ਅੱਗ ਬੁਝਦੀ ਹੈ। ਇਸ ਦਾਵਾ ਅਗਨੀ ਨੂੰ ਕੰਟਰੋਲ ਦੇ ਵਿੱਚ ਕਰਨਾ ਬੜਾ ਮੁਸ਼ਕਲ ਹੋ ਜਾਂਦਾ। ਇਹਦੇ ਵਿੱਚ ਹਿਰਨ ਇਤਿਆਦਿਕ ਵੀ ਸੜ ਜਾਂਦੇ ਨੇ। ਮਹਾ ਤਪਤ ਤੇ ਸਲਤਾ ਮਾਹੀ, ਜਾਏ ਪਰਵੇਸ਼ੈ ਸੁਖ ਬਹੁ ਪਾਹੀ। ਤੇਜ਼ ਗਰਮੀ ਨਾਲ ਤਪਦਾ ਹੋਇਆ ਜੇਕਰ ਉਹ ਨਦੀ ਵਿੱਚ ਦਾਖਲ ਹੋ ਜਾਵੇ ਤਾਂ ਮਹਾ ਸੁਖ ਪ੍ਰਾਪਤ ਕਰਦਾ ਹੈ ਜਿਹੜਾ ਕੋਈ ਹਿਰਨ ਹੁੰਦਾ। ਵੈਸੇ ਹਿਰਨ ਨੂੰ ਜੰਗਲ ਦੀ ਅੱਗ ਸਾੜ ਸਕਦੀ ਆ, ਪਰ ਜੇ ਉਹ ਹਿਰਨ ਕਿਸੇ ਨਦੀ ਦੇ ਵਿੱਚ ਦੌੜ ਕੇ ਵੜ ਜਾਵੇ ਫੇਰ ਉਹ ਬਚ ਸਕਦਾ। ਤਿਮ ਜਗ ਜਲਤ ਦੇਖ ਕਰ ਤਿਆਗੇ, ਮਿਲ ਸਤ ਸੰਗਤ ਸੇਵਾ ਲਾਗੇ। ਉਸੇ ਤਰ੍ਹਾਂ ਮਨੁੱਖ ਇਸ ਜਗਤ ਨੂੰ ਜਲਦਾ ਹੋਇਆ ਵੇਖ ਕੇ ਇਸ ਦਾ ਤਿਆਗ ਕਰ ਦੇਵੇ ਅਤੇ ਸਤ ਸੰਗਤ ਵਿੱਚ ਮਿਲ ਕੇ ਸੇਵਾ ਵਿੱਚ ਲੱਗ ਜਾਵੇ। ਸਕਲ ਵਿਕਾਰਨ ਤਪਤ ਵਿਨਾਸ਼ੇ, ਸੀਤਲਤਾ ਗੁਰ ਸ਼ਬਦ ਪ੍ਰਕਾਸ਼ੇ। ਸਾਰੇ ਵਿਸ਼ਿਆਂ ਦਾ ਨਾਸ਼ ਹੋ ਜਾਂਦਾ ਹੈ। ਗੁਰੂ ਦਾ ਸ਼ਬਦ ਠੰਡਕ ਦਾ ਪ੍ਰਕਾਸ਼ ਪ੍ਰਦਾਨ ਕਰਦਾ। ਜਿਵੇਂ ਕੋਈ ਹਿਰਨ ਕਿਸੇ ਤਲਾਬ, ਕਿਸੇ ਝੀਲ, ਨਦੀ ਵਿੱਚ ਜਾ ਕੇ ਬਚ ਸਕਦਾ ਵਾ, ਇਸੇ ਤਰ੍ਹਾਂ ਜੇ ਅਸੀਂ ਗੁਰੂ ਦੀ ਸੰਗਤ ਵਿੱਚ ਜੁੜ ਮਿਲ ਕੇ ਬੈਠੀਏ, ਸਾਡੇ ਉੱਤੇ ਜਿਹੜੇ ਵਿਕਾਰ ਨੇ ਉਹ ਆਪਣਾ ਅਸਰ ਨਹੀਂ ਪਾ ਸਕਦੇ। ਗੁਰਬਾਣੀ ਕੋ ਕਰਤ ਵਿਚਾਰਨ, ਗਿਆਨ ਸੀਤ ਲਹਿ ਮੋਹ ਨਿਵਾਰਨ। ਗੁਰਬਾਣੀ ਤੇ ਵਿਚਾਰ ਕਰਨ ਨਾਲ
ਗਿਆਨ ਰੂਪੀ ਠੰਡਕ ਦੀ ਪ੍ਰਾਪਤੀ ਹੁੰਦੀ ਹੈ ਤੇ ਮੋਹ ਰੂਪੀ ਤਪਸ਼ ਦਾ ਨਾਸ਼ ਹੁੰਦਾ ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਸੁਨ ਕਰ ਗੁਰ ਉਪਦੇਸ਼ ਕੇਦਾਰੀ, ਦ੍ਰਿੜ ਕੀਨਸ ਔਰ ਬਹੁ ਨਿਰਧਾਰੀ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਕੇਦਾਰੀ ਨੇ ਨਿਰਣਾ ਧਾਰਨ ਕਰ ਲਿਆ ਤੇ ਉਪਦੇਸ਼ ਨੂੰ ਹਿਰਦੇ ਵਿੱਚ ਪੱਕੀ ਤਰ੍ਹਾਂ ਦ੍ਰਿੜ ਕਰ ਲਿਆ। ਦੀਪਾ ਅਪਰ ਨਰਾਇਣ ਦਾਸ, ਬੂਲੇ ਸਹਿਤ ਆਏ ਗੁਰ ਪਾਸ। ਫਿਰ ਸਾਧ ਸੰਗਤ ਜੀ ਇੱਕ ਦਿਨ ਦੀਪਾ ਤੇ ਨਰਾਇਣ ਦਾਸ ਬੂਲੇ ਸਮੇਤ ਗੁਰੂ ਜੀ ਕੋਲ ਆਏ। ਉਹਨਾਂ ਨੇ ਆਣ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ। ਇਹਨਾਂ ਸਿੱਖਾਂ ਦਾ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਦੀ 15ਵੀਂ ਪੌੜੀ ਵਿੱਚ ਜ਼ਿਕਰ ਕਰਦੇ ਨੇ। ਦੀਪਾ ਦੇਉ ਨਰਾਇਣ ਦਾਸ, ਬੂਲੇ ਦੇ ਜਾਈਏ ਬਲਿਹਾਰੀ। ਮਹਾਨ ਕੋਸ਼ ਅਨੁਸਾਰ ਭਾਈ ਕੇਦਾਰੀ ਬਟਾਲਾ ਦਾ ਰਹਿਣ ਵਾਲਾ ਲੂਬਾ ਖੱਤਰੀ ਸੀ, ਜੋ ਗੁਰੂ ਅੰਗਦ ਸਾਹਿਬ ਜੀ ਦਾ ਪਰਉਪਕਾਰੀ ਸਿੱਖ ਹੋਇਆ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਮੰਜੀ ਬਖਸ਼ੀ ਸੀ। ਬੰਧਨ ਕਰ ਭਾਖੀ ਅਰਦਾਸ, ਜਨਮ ਮਰਨ ਦੁੱਖ ਦੇਹੋ ਵਿਨਾਸ਼। ਉਹਨਾਂ ਨਮਸਕਾਰ ਕਰਕੇ ਬੇਨਤੀ ਕੀਤੀ, ਸਾਡੇ ਜਨਮ ਮਰਨ ਦੇ ਦੁੱਖ ਨਾਸ਼ ਕਰ ਦੇਵੋ। ਸ਼੍ਰੀ ਅੰਗਦ ਉਪਦੇਸ਼ ਬਤਾਇਓ, ਕਰੋ ਭਗਤ ਜੇ ਇਮ ਉਰ ਭਾਇਓ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਉਪਦੇਸ਼ ਦਿੱਤਾ, ਜੇ ਤੁਸੀਂ ਹਿਰਦੇ ਵਿੱਚ ਇਸ ਤਰ੍ਹਾਂ ਚਾਹਿਆ ਹੈ ਤਾਂ ਭਗਤੀ ਕਰੋ। ਕਹਿਣ ਲੱਗੇ ਹਮ ਭਗਤ ਨ ਜਾਣੈ, ਕਿਮ ਸਰੂਪ ਕੈਸੇ ਕਰ ਠਾਨੈ। ਉਹ ਕਹਿਣ ਲੱਗੇ ਅਸੀਂ ਭਗਤੀ ਕਰਨ ਬਾਰੇ ਨਹੀਂ ਜਾਣਦੇ, ਕਿਸ ਸਰੂਪ ਵਿੱਚ ਉਸ ਨੂੰ ਕਿਵੇਂ ਦ੍ਰਿੜ ਕੀਤਾ ਜਾਵੇ। ਸ਼੍ਰੀ ਗੁਰ ਵਰਣਨ ਕੀਨ ਸਿਖਾਈ, ਬ੍ਰਹਮ ਸਬਲ ਮਾਇਆ ਜਗ ਜਾਈ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖਿਆ ਵਰਣਨ ਕੀਤੀ, ਸਬਲ ਬਲਵਾਨ ਮਾਇਆ ਨੂੰ ਬ੍ਰਹਮਾ ਨੇ ਜਗਤ ਵਿੱਚ ਉਤਪਤ ਕੀਤਾ ਹੈ। ਹੁਕਮ ਪਰਮੇਸ਼ਰ ਕੋ ਤਿਨ ਪਾਇਓ, ਆਪਣੇ ਮਹਿ ਸਭ ਜਗ ਪਰਮਾਇਓ। ਜਗਤ ਪੈਦਾ ਕਰਨ ਵਾਸਤੇ ਮਾਇਆ ਨੇ ਪ੍ਰਭੂ ਦਾ ਹੁਕਮ ਪ੍ਰਾਪਤ ਕੀਤਾ ਸੀ। ਉਸ ਨੇ ਸਾਰੇ ਜਗਤ ਨੂੰ ਆਪਣੇ ਵਿੱਚ ਪਰਮਾਇਆ ਹੈ। ਬਹੁਰ ਪ੍ਰਭੂ ਨੇ ਚਤੁਰ ਉਪਾਏ, ਜਿਨ ਤੇ ਮਿਲੇ ਮੋਹ ਕਹੁ ਆਏ। ਬਾਅਦ ਵਿੱਚ ਪ੍ਰਭੂ ਨੇ ਮੁਕਤੀ ਦੇ 4 ਸਾਧਨ ਬਣਾਏ, ਜਿਨ੍ਹਾਂ ਨੂੰ ਪਾ ਕੇ ਮਨੁੱਖ ਉਸ ਨੂੰ ਪ੍ਰਭੂ ਨੂੰ ਮਿਲਦੇ ਹਨ। ਇੱਕ ਬੈਰਾਗ ਜੋਗ ਅਰ ਗਿਆਨ, ਚੌਥੀ ਉਪਜੀ ਭਗਤ ਮਹਾਨ। ਮੁਕਤੀ ਦੇ 3 ਸਾਧਨ ਹਨ, ਵੈਰਾਗ, ਜੋਗ ਤੇ ਧਿਆਨ। ਚੌਥਾ ਜੋ ਪੈਦਾ ਕੀਤਾ ਉਹ ਮਹਾਨ ਸਾਧਨ ਹੈ ਭਗਤੀ। ਗਿਆਨ ਵਿਰਾਗ ਜੋਗ ਸ਼ੁਭ ਤੀਨ, ਪੁਰਖ ਰੂਪ ਇਨ ਕੋ ਮਨ ਚੀਨ। ਗਿਆਨ, ਵੈਰਾਗ ਤੇ ਜੋਗ ਤਿੰਨੋਂ ਸ੍ਰੇਸ਼ਟ ਹਨ। ਮਨ ਵਿੱਚ ਜਾਣੋ ਇਹ ਪੁਰਖ ਰੂਪ ਹਨ। ਮਾਇਆ ਨੇ ਇਨ ਕੋ ਪਰਮਾਏ, ਬੜੇ ਯਤਨ ਤੇ ਉਭਰਿਓ ਜਾਏ। ਇਹਨਾਂ ਨੂੰ ਇਸਤਰੀ ਰੂਪ ਮਾਇਆ ਨੇ ਪਰਮਾ ਲਿਆ ਹੈ। ਬੜੇ ਕਠਿਨ ਯਤਨਾਂ ਨਾਲ ਮਾਇਆ ਤੋਂ ਬਚਿਆ ਜਾਂਦਾ ਹੈ। ਭਗਤੀ ਇਹ ਪਤਿਵ੍ਰਤਾ ਨਾਰੀ, ਇਸ ਪਰ ਨਹਿ ਮਾਇਆ ਬਲ ਭਾਰੀ। ਜੋ ਭਗਤੀ ਹੈ ਇਹ ਪਤਿਵ੍ਰਤਾ ਨਾਰੀ ਦੇ ਵਾਂਗ ਹੈ। ਇਸ ਉੱਪਰ ਮਾਇਆ ਦਾ ਬਹੁਤਾ ਜ਼ੋਰ ਨਹੀਂ ਚੱਲਦਾ।
इस्त्री को इस्त्री ना परमावै, तरै भगत तिस प्रभु मिलावै। इस्त्री नूं इस्त्री नहीं परमाउंदी। जो मनुख भगती साधन धारण करते हैं ਤਾਂ ਇਹ ਪ੍ਰਭੂ ਨਾਲ ਮਿਲਾ ਦਿੰਦੀ ਹੈ। ਬਾਕੀ ਦੇ ਜਿਹੜੇ 3 ਸਾਧਨ ਨੇ ਇਹਨਾਂ ਦੇ ਉੱਤੇ ਮਾਇਆ ਆਪਣਾ ਪ੍ਰਭਾਵ ਪਾ ਸਕਦੀ ਆ, ਕਿਉਂਕਿ ਇਹਨਾਂ ਨੂੰ ਪੁਰਖ ਮੰਨਿਆ ਗਿਆ ਵਾ, ਗਿਆਨ, ਵੈਰਾਗ ਤੇ ਜੋਗ। ਤੇ ਜਿਹੜੀ ਭਗਤੀ ਇਹ ਕਿਉਂਕਿ ਇਸਤਰੀ ਲਿੰਗ ਆ, ਇਹਦੇ ਉੱਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਮਾਇਆ ਨਟਨੀ ਚਾਤੁਰ ਛਲ ਤੇ, ਸਭਨ ਭਰਮਾਏ ਲੇਤ ਨਿਜ ਬਲ ਤੇ। ਛਲ ਲਈ ਮਾਇਆ ਨਟਨੀ ਵਾਂਗ ਚਤੁਰ ਹੈ, ਆਪਣੇ ਬਲ ਦੇ ਸਹਾਰੇ ਸਭ ਨੂੰ ਭਰਮਾ ਲੈਂਦੀ ਹੈ। ਸੁਨ ਸਿੱਖਨ ਬੂਝੇ ਗੁਰ ਫੇਰ, ਇਨ ਚਤਰਨ ਕੋ ਰੂਪ ਵਡੇਰ। ਸੁਣ ਕੇ ਉਹਨਾਂ ਸਿੱਖਾਂ ਨੇ ਫੇਰ ਪੁੱਛਿਆ, ਇਹਨਾਂ 4 ਸਾਧਨਾਂ ਦਾ ਰੂਪ ਬਹੁਤ ਵੱਡਾ ਹੈ। ਕਰ ਵਰਣਨ ਸਭ ਦਿਓ ਸਮਝਾਏ, ਜਿਸ ਤੇ ਹਮ ਪ੍ਰਾਪਤ ਹੋਏ ਜਾਏ। ਸਾਰਿਆਂ ਦਾ ਚੰਗੀ ਤਰ੍ਹਾਂ ਵਰਣਨ ਕਰਕੇ ਸਮਝਾ ਦਿਓ, ਜਿਸ ਨਾਲ ਸਾਨੂੰ ਪ੍ਰਭੂ ਪ੍ਰਾਪਤੀ ਹੋ ਜਾਵੇ। ਜਨਮ ਮਰਨ ਤੇ ਬਹੁਰ ਨਾ ਪਾਏ, ਆਨੰਦ ਰੂਪ ਮੈਂ ਰਹਿ ਸਮਾਏ। ਤੇ ਅਸੀਂ ਮੁੜ ਕੇ ਜਨਮ ਮਰਨ ਵਿੱਚ ਨਾ ਪਈਏ, ਹਮੇਸ਼ਾ ਲਈ ਆਨੰਦ ਰੂਪ ਵਿੱਚ ਸਮਾ ਜਾਈਏ। ਤਬ ਸ਼੍ਰੀ ਅੰਗਦ ਬਹੁਰ ਉਚਾਰਾ, ਇੱਕ ਬੈਰਾਗ ਹੈ ਉਭੈ ਪ੍ਰਕਾਰਾ। ਉਸ ਵੇਲੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਫਿਰ ਉਚਾਰਨ ਕੀਤਾ, ਇੱਕ ਵੈਰਾਗ ਹੈ ਜੋ 2 ਤਰ੍ਹਾਂ ਦਾ ਹੁੰਦਾ ਹੈ। ਇੱਕ ਮਨ ਕੋ ਇੱਕ ਤਨ ਕੋ ਹੋਤ, ਵਡ ਭਾਗਨ ਕੇ ਹਿਰਦੈ ਅਦੋਤ। ਇੱਕ ਮਨ ਨੂੰ ਲੱਗਦਾ, ਦੂਸਰਾ ਸਰੀਰ ਨੂੰ। ਇਹ ਵੱਡੇ ਭਾਗਾਂ ਵਾਲਿਆਂ ਦੇ ਹਿਰਦੇ ਵਿੱਚ ਉਪਜਦਾ ਹੈ ਵੈਰਾਗ। ਸਗਲ ਪਦਾਰਥ ਤਿਆਗਨ ਕਰੈ, ਧਨ ਬਨਤਾ ਸੁਤ ਸਭ ਪਰ ਹਰੈ। ਮਨੁੱਖ ਸਭ ਪਦਾਰਥਾਂ ਦਾ ਤਿਆਗ ਕਰ ਦੇਵੇ, ਧਨ, ਇਸਤਰੀ ਤੇ ਪੁੱਤਰ ਸਭ ਨੂੰ ਛੱਡ ਦੇਵੇ। ਹੱਠ ਕਰ ਬਾਹਰ ਕੋ ਤਜ ਦੇ, ਰਹਿ ਵਾਸਨਾ ਹਿਰਦੇ ਨਕੇਤ। ਜਿੱਦ ਕਰਕੇ ਬਾਹਰਲੀਆਂ ਸਾਰੀਆਂ ਵਸਤਾਂ ਨੂੰ ਛੱਡ ਦੇਵੇ, ਪਰ ਫੇਰ ਵੀ ਘਰ ਰੂਪੀ ਹਿਰਦੇ ਵਿੱਚ ਵਾਸਨਾ ਟਿਕੀ ਰਹਿੰਦੀ ਹੈ। ਦੂਸਰ ਬ੍ਰਹਮ ਲੋਕ ਲੋ ਸਾਰੇ, ਬਾਇਸ ਬਿਸ਼ਟਾ ਸਮ ਨਿਰਧਾਰੇ। ਵੈਰਾਗ ਦੀ ਦੂਸਰੀ ਕਿਸਮ ਹੈ ਜੋ ਸਾਰੇ ਬ੍ਰਹਮ ਲੋਕ ਹਨ, ਉਹ ਉਹਨਾਂ ਨੂੰ ਕਾਂ ਦੇ ਵਿਸ਼ਟਾ ਸਮਾਨ ਜਾਣੇ। ਬ੍ਰਹਮ ਲੋਕ ਤੋਂ ਭਾਵ ਹੈ ਬ੍ਰਹਮਾ ਦੇਵਤਾ ਦਾ ਲੋਕ। ਬ੍ਰਹਮਪੁਰੀ ਵੀ ਕਹਿੰਦੇ ਹਨ, ਜੋ ਸਵੇਰ ਪਰਬਤ ਤੇ ਦੱਸੀ ਜਾਂਦੀ ਹੈ। ਤੇ ਗੁਰੂ ਸਾਹਿਬ ਦਾ ਬਚਨ ਹੈ, ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ। ਚਾਹੇ ਬ੍ਰਹਮਪੁਰੀ ਤੇ ਆਂਦਾ ਕੋਈ ਵੀ ਹੋਵੇ, ਇਹ ਸਦਾ ਵਾਸਤੇ ਥਿਰ ਰਹਿਣ ਵਾਲੇ ਨਹੀਂ ਨੇ। ਇਹਨਾਂ ਨੂੰ ਮਨੁੱਖ ਸੁਪਨੇ ਦੇ ਵਾਂਗੂ ਸਮਝੇ। ਇੱਕ ਇਹੋ ਜਿਹਾ ਵੈਰਾਗ ਵੀ ਹੈ। ਹਿਰਦੇ ਵਾਸਨਾ ਕਿਉਂ ਹੂੰ ਨਾ ਧਰੈ, ਸੁਪਨ ਸਮਾਨ ਜਾਨ ਪਰ ਹਰੈ। ਹਿਰਦੇ ਵਿੱਚ ਵਾਸਨਾਵਾਂ ਨੂੰ ਬਿਲਕੁਲ ਨਾ ਲਿਆਵੇ, ਸਭ ਨੂੰ ਸੁਪਨੇ ਸਮਾਨ ਸਮਝ ਕੇ ਤਿਆਗ ਕਰ ਦੇਵੇ। ਪਾਏ ਪਦਾਰਥ ਪਰਾ ਲਬਧ ਤੇ, ਭੋਗਤ ਹੈ ਪਰ ਮਨ ਨਹਿ ਬੰਧ ਤੇ। ਜੋ ਵਸਤਾਂ ਪਰਾਲਬਧ ਸਦਕਾ ਪ੍ਰਾਪਤ ਕੀਤੀਆਂ ਹੁੰਦੀਆਂ, ਜੀਵ ਉਹਨਾਂ ਨੂੰ ਹੀ ਭੋਗਦਾ ਹੈ। ਨਿਜ ਸਰੂਪ ਦਿਸ ਬ੍ਰਿਤੀ ਲਗਾਵੇ, ਵਿਸ਼ੇ ਵਾਸਨਾ ਤੇ ਉਲਟਾਵੇ। ਉਹ ਵਸਤਾਂ ਪਦਾਰਥ ਮਨ ਕਰਕੇ ਉਸ ਨਾਲ ਬਚੀਆਂ ਨਹੀਂ ਹੁੰਦੀਆਂ,
ਉਹ ਜੋ ਆਪਣੇ ਨਿਜ ਸਰੂਪ ਵਿੱਚ ਬਿਰਤੀ ਲਾਉਂਦੇ ਹਨ ਤੇ ਵਿਸ਼ੇ ਵਾਸਨਾ ਤੋਂ ਆਪਣੇ ਆਪ ਨੂੰ ਦੂਰ ਕਰਦੇ ਹਨ। ਤਥਾ ਜੋਗ ਵੀ ਦੋਏ ਪ੍ਰਕਾਰ, ਇਕ ਤੋ ਕਸ਼ਟ ਜੋਗ ਉਰਤਾਰ। ਇਸੇ ਤਰ੍ਹਾਂ ਜੋਗ ਸਾਧਨ ਵੀ ਦੋ ਤਰ੍ਹਾਂ ਦਾ ਹੈ। ਇੱਕ ਕਸ਼ਟ ਜੋਗ ਜੋ ਹਿਰਦੇ ਵਿੱਚ ਧਾਰਨ ਕੀਤਾ ਜਾਂਦਾ ਹੈ। ਯਮ ਨਿਮਾਦ ਅਸ਼ਟ ਹੈ ਅੰਗ, ਸਗਲ ਕਹੇ ਬਹੁ ਵਦੇ ਪ੍ਰਸੰਗ। ਇਸ ਦੇ ਯਮ ਨੇਮ ਆਦਿ 8 ਅੰਗ ਹਨ। ਸਾਰਿਆਂ ਬਾਬਤ ਭਾਈ ਸਾਹਿਬ ਕਹਿੰਦੇ ਜੇ ਮੈਂ ਦੱਸਿਆ ਤਾਂ ਪ੍ਰਸੰਗ ਬਹੁਤ ਵੱਧ ਜਾਵੇਗਾ। ਤਾਂ ਕਰਕੇ ਮੈਂ ਸਾਧ ਸੰਗਤ ਜੀ ਤੁਹਾਨੂੰ ਇਸ ਜਿਹੜਾ ਸ਼ਾਸਤਰਾਂ ਦਾ ਗਿਆਨ, ਜਿਹੜਾ ਬ੍ਰਹਮ ਦਾ ਗਿਆਨ ਆ, ਉਹਦੇ ਬਾਰੇ ਕਹਿੰਦੇ ਮੈਂ ਥੋੜ੍ਹਾ ਹੀ ਦੱਸ ਰਿਹਾ। ਦੂਸਰ ਰੂਪ ਸੁਨੋ ਤਿਸ ਭੇਤ, ਰੋਕ ਵਾਸਨਾ ਤੇ ਮਨ ਲੇਤ। ਦੂਸਰਾ ਜੋ ਰੂਪ ਹੈ ਉਸ ਦਾ ਭੇਦ ਸੁਣੋ। ਇਸ ਵਿੱਚ ਮਨੁੱਖ ਮਨ ਨੂੰ ਵਾਸਨਾਵਾਂ ਤੋਂ ਰੋਕ ਲੈਂਦਾ ਹੈ। ਸਤਿਗੁਰ ਸ਼ਬਦ ਸਦੀਵ ਵਿਚਾਰੈ, ਜੀਵ ਬ੍ਰਹਮ ਇਕਤਾ ਨਿਰਧਾਰੈ। ਹਮੇਸ਼ਾ ਸਤਿਗੁਰੂ ਦੇ ਸ਼ਬਦ ਤੇ ਵਿਚਾਰ ਕਰਦਾ ਹੈ। ਹੋਰ ਜੀਵਾਂ ਨੂੰ ਬ੍ਰਹਮ ਦੇ ਸਮਾਨ ਪਛਾਣਦਾ ਹੈ। ਆਤਮ ਵਿਖੈ ਜੁਟੀ ਬ੍ਰਿਤ ਰਹਿ, ਸ੍ਰੇਸ਼ਟ ਪਰਮ ਜੋਗ ਇਹ ਕਹਿ। ਬਿਰਤੀ ਹਮੇਸ਼ਾ ਹੀ ਆਤਮਾ ਦੇ ਵਿੱਚ ਜੁੜੀ ਰਹਿੰਦੀ ਹੈ। ਇਸ ਜੋਗ ਦੀ ਕਿਸਮ ਨੂੰ ਪਰਮ ਸ੍ਰੇਸ਼ਟ ਜੋਗ ਮੰਨਿਆ ਜਾਂਦਾ ਹੈ। ਵਾਸਤਵ ਨਿਜ ਸਰੂਪ ਕੋ ਜਾਣੈ, ਇਸ ਕੋ ਗਿਆਨੀ ਗਿਆਨ ਬਖਾਨੈ। ਅਸਲ ਵਿੱਚ ਆਪਣੇ ਨਿਜ ਸਰੂਪ ਨੂੰ ਜੋ ਜਾਣਦਾ ਹੈ, ਗਿਆਨਵਾਨ ਲੋਕ ਇਸ ਨੂੰ ਗਿਆਨ ਕਹਿੰਦੇ ਹਨ। ਚੌਥੀ ਭਗਤ ਰੂਪ ਸੁਨ ਲੇਹੋ, ਕਲੀ ਕਾਲ ਇਹ ਮੁਖ ਲਖੇਹੋ। ਚੌਥਾ ਮੁਕਤੀ ਸਾਧਨ ਸੁਣ ਲਵੋ। ਮੁਕਤ ਹੋਣ ਦਾ ਚੌਥਾ ਸਾਧਨ ਕਿਹੜਾ ਹੈ? ਕਿਵੇਂ ਅਸੀਂ ਵਿਸ਼ਿਆਂ ਵਿਕਾਰਾਂ ਤੋਂ ਰਹਿਤ ਹੋ ਜਾਈਏ? ਚੌਥਾ ਮੁਕਤੀ ਸਾਧਨ ਸੁਣ ਲਵੋ, ਜੋ ਭਗਤੀ ਰੂਪ ਹੈ। ਕਲਯੁਗ ਵਿੱਚ ਇਸ ਨੂੰ ਮੁੱਖ ਜਾਣੋ। ਵਾਹਿਗੁਰੂ ਕੀ ਜੈ ਨਿਜ ਸੁਆਮੀ, ਸਕਲ ਸ਼ਕਤ ਜੁਤ ਅੰਤਰ ਜਾਮੀ। ਵਾਹਿਗੁਰੂ ਨੂੰ ਆਪਣਾ ਸੁਆਮੀ ਬਣਾਓ, ਜੋ ਸਰਬ ਸ਼ਕਤੀਵਾਨ ਤੇ ਅੰਤਰਜਾਮੀ ਹੈ। ਆਪ ਬਨਹਿ ਦਾਰਾ ਪ੍ਰਭ ਕੇਰੀ, ਪਤੀ ਪ੍ਰਤਾ ਕੀ ਰੀਤ ਵਡੇਰੀ। ਮਨੁੱਖ ਆਪ ਪ੍ਰਭੂ ਦੀ ਇਸਤਰੀ ਦਾ ਰੂਪ ਬਣੇ। ਪਤੀਵਰਤਾ ਇਸਤਰੀ ਦੀ ਰੀਤੀ ਬਹੁਤ ਸ੍ਰੇਸ਼ਟ ਹੈ। ਤਨ ਮਨ ਧਨ ਸਭ ਅਰਪੈ ਪਤ ਕੋ, ਪਿਆਰੋ ਪਰਮ ਪ੍ਰੇਮ ਕਰ ਚਿਤ ਕੋ। ਮਨੁੱਖ ਉਸ ਵਾਂਗ ਸਾਰਾ ਧਨ ਮਨ ਤੇ ਤਨ ਪ੍ਰਭੂ ਦੇ ਅਰਪਣ ਕਰ ਦੇਵੇ। ਚਿੱਤ ਵਿੱਚ ਪ੍ਰੇਮ ਸਹਿਤ ਪ੍ਰਭੂ ਨੂੰ ਪਿਆਰ ਕਰੇ। ਪਤਰ ਜਾਏ ਮਹਿਰਾਜੀ ਰਹਿ, ਵਿਸ਼ਵਰੇ ਨਿਤ ਮਿਲ ਬੇਕੋ ਚਹਿ। ਪਤੀ ਪਰਮੇਸ਼ਰ ਦੀ ਰਜ਼ਾ ਵਿੱਚ ਖੁਸ਼ ਰਹੇ, ਵਿਛੜਨ ਤੇ ਹਮੇਸ਼ਾ ਮਿਲਣ ਦੀ ਚਾਹ ਰੱਖੇ। ਜਾਵਤ ਮਿਲਹਿ ਨ ਰਚੈ ਉਪਾਈ, ਇਹ ਸੁਖਦ ਪਤ ਬਿਨ ਦੁਖਦਾਈ। ਜਦ ਤੱਕ ਮਿਲ ਨਾ ਜਾਵੇ ਤਦ ਤੱਕ ਯਤਨ ਕਰਦਾ ਰਹੇ। ਪਤੀ ਦੇ ਮੇਲ ਬਗੈਰ ਦੁੱਖ ਮਹਿਸੂਸ ਕਰੇ, ਮਿਲ ਕੇ ਸੁਖੀ ਹੋਵੇ। ਦੀਰਘ ਸਵਾਸ ਪਰੀ ਮੁਖ ਪੀਰੀ, ਆਸਰੂ ਬਹਿ ਧਰੈ ਨਹਿ ਧੀਰੀ। ਵਿਛੋੜੇ ਵਿੱਚ ਲੰਬੇ ਸਵਾਸ ਚੱਲਣ ਤੇ ਮੁਖ ਤੇ ਪੀੜਾ ਹੋਵੇ, ਮੁਖ ਦਾ ਰੰਗ ਪੀਲਾ ਹੋ ਜਾਵੇ, ਅੱਖਾਂ ਵਿੱਚੋਂ ਅਥਰੂ ਵਹਿਣ ਤੇ ਮਨ ਧੀਰਜ ਨਾ ਧਰੇ। ਮੈਂ ਨੀਰ ਵਹਿ ਵਹਿ ਚੱਲੇ ਜੀਓ। ਜੋ ਤਿਸ ਪਤ ਕੀ ਬਾਤ ਸੁਨਾਵੇ,
ਸੇਵਾ ਕਰੈ ਪ੍ਰੇਮ ਕੋ ਲਾਵੇ। ਜਿਹੜਾ ਪਤੀ ਪਰਮੇਸ਼ਰ ਦੀ ਗੱਲ ਸੁਣਾਵੇ, ਉਸ ਦੀ ਪ੍ਰੇਮ ਨਾਲ ਚਿੱਤ ਲਾ ਕੇ ਸੇਵਾ ਕਰੇ। ਪਤ ਪਰਮੇਸ਼ਰ ਪ੍ਰੇਮ ਪਛਾਨੈ, ਮਿਲੈ ਪ੍ਰਿਆ ਸਿਉ ਰਲੀਆਂ ਠਾਨੈ। ਪਤੀ ਪਰਮੇਸ਼ਰ ਇਸ ਤਰ੍ਹਾਂ ਕਰਨ ਵਾਲੇ ਮਨੁੱਖ ਦੇ ਪ੍ਰੇਮ ਨੂੰ ਪਛਾਣ ਲੈਣਗੇ ਤੇ ਆਪਣੀ ਪਿਆਰੀ ਨੂੰ ਮਿਲਣ ਤੇ ਉਸ ਨਾਲ ਆਨੰਦ ਮਾਣਨਗੇ। ਤਿਨ ਕੇ ਬਸ ਹੋਏ ਫਿਰੈ ਪਿਛਾਰੀ, ਹਿਮ ਹਰ ਭਗਤ ਲਿਹੋ ਉਰ ਧਾਰੀ। ਫਿਰ ਅਜਿਹੇ ਮਨੁੱਖ ਦੇ ਵਸ ਹੋ ਕੇ ਪ੍ਰਭੂ ਆਪ ਉਸ ਦੇ ਪਿੱਛੇ ਪਿੱਛੇ ਫਿਰਦੇ ਹਨ। ਇਉਂ ਹਰੀ ਦੇ ਭਗਤ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਾਰ ਲੈਣਾ ਚਾਹੀਦਾ। ਸੁਨ ਸਤ ਗੁਰ ਕੇ ਬਾਗ ਸੁਹਾਏ, ਤੀਨੋਂ ਭਗਤ ਭਏ ਸੁਖ ਪਾਏ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸੋਹਣੇ ਬਚਨ ਸੁਣ ਕੇ ਤਿੰਨਾਂ ਸਿੱਖਾਂ ਨੇ ਸੁਖ ਪ੍ਰਾਪਤ ਕੀਤਾ। ਸਤ ਸੰਗਤ ਕੀ ਸੇਵਾ ਲਾਗੇ, ਪ੍ਰੇਮ ਪਰਮੇਸ਼ਰ ਕੋ ਮਨ ਜਾਗੇ। ਉਹ ਸਤ ਸੰਗਤ ਦੀ ਸੇਵਾ ਵਿੱਚ ਲੱਗ ਪਏ। ਉਹਨਾਂ ਦਾ ਪ੍ਰਭੂ ਨਾਲ ਪ੍ਰੇਮ ਕਰਨ ਨੂੰ ਮਨ ਜਾਗ ਪਿਆ। ਉਹਨਾਂ ਨੂੰ ਸੋਝੀ ਹੋ ਗਈ ਕਿ ਬਾਕੀ ਜਿਹੜੇ ਦੁਨਿਆਵੀ ਮੋਹ ਦੇ ਵਿੱਚ ਅਸੀਂ ਖਚਤ ਹੋਏ ਪਏ ਆ, ਉਹ ਸਾਰਾ ਮੋਹ ਝੂਠਾ ਹੈ। ਸਾਨੂੰ ਇੱਕ ਸੱਚਾ ਪ੍ਰੇਮ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਲ ਕਰਨਾ ਚਾਹੀਦਾ। ਤਾਂ ਕਰਕੇ ਇਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਪ੍ਰਭੂ ਜੀ ਦੇ ਵਾਸਤੇ ਸੱਚਾ ਪ੍ਰੇਮ ਜਾਗ ਪਿਆ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮੱਲੂ ਸ਼ਾਹੀ ਆਦਿਕ ਸਾਰੇ, ਸ਼੍ਰੀ ਅੰਗਦ ਕੇ ਰਹੇ ਦੁਆਰੇ। ਮੱਲੂ ਸ਼ਾਹ ਆਦਿ ਸਾਰੇ ਜਿੰਨੇ ਸਿੱਖ ਸਨ, ਉਹ ਗੁਰੂ ਅੰਗਦ ਦੇਵ ਜੀ ਦੇ ਦੁਆਰੇ ਪਰ ਹੀ ਰਹੇ। ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਰਹੇ। ਸ਼੍ਰੀ ਗੁਰ ਅਮਰਦਾਸ ਢਿਗਰ ਹੈ, ਕਰ ਸਿੱਖੀ ਕੋ ਸ਼ੁਭ ਗਤ ਲਹਿ। ਫਿਰ ਇਹ ਸਿੱਖ ਗੁਰੂ ਅਮਰਦਾਸ ਜੀ ਪਾਸ ਰਹੇ। ਜਦੋਂ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਸਨ ਤੇ ਗੁਰੂ ਅੰਗਦ ਸਾਹਿਬ ਜੀ ਨੇ ਰਿਸ਼ਤੇ ਦੇ ਵਿੱਚ ਲੱਗਦੇ ਆਪਣੇ ਕੁੜਮ ਬਾਬਾ ਅਮਰਦਾਸ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਸੀ। ਇਹ ਜਿਹੜੇ ਸਿੱਖ ਸੀ ਗੁਰੂ ਦੇ, ਇਹ ਫਿਰ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਰਹੇ। ਸ਼੍ਰੀ ਗੁਰ ਅਮਰਦਾਸ ਢਿਗਰ ਹੈ, ਕਰ ਸਿੱਖੀ ਕੋ ਸ਼ੁਭ ਗਤ ਲਹਿ। ਸਿੱਖੀ ਧਾਰਨ ਕਰਕੇ ਇਹਨਾਂ ਨੇ ਸ਼ੁਭ ਮੁਕਤੀ ਪ੍ਰਾਪਤ ਕੀਤੀ, ਵਿਸ਼ਿਆਂ ਵਿਕਾਰਾਂ ਤੋਂ ਖਲਾਸੀ ਹੋ ਗਏ। ਇਨ ਸੋ ਮਿਲੇ ਅਪਰ ਸਿੱਖ ਹੋਏ, ਸਤਿਗੁਰ ਜਸ ਕੋ ਹਿਰਦੇ ਪਰੋਏ। ਇਹਨਾਂ ਨੂੰ ਮਿਲ ਕੇ ਫਿਰ ਹੋਰ ਸਿੱਖ ਬਣੇ। ਉਹਨਾਂ ਵੀ ਸਤਿਗੁਰੂ ਜੀ ਦੇ ਜਸ ਨੂੰ ਹਿਰਦਿਆਂ ਦੇ ਵਿੱਚ ਪਰੋ ਲਿਆ ਸੀ। ਜਿਨ੍ਹਾਂ ਨੇ ਇਹਨਾਂ ਗੁਰਮੁਖਾਂ ਦੀ ਸੰਗਤ ਕੀਤੀ, ਉਹ ਵੀ ਗੁਰੂ ਸਾਹਿਬ ਜੀ ਦੇ ਸਿੱਖ ਬਣ ਗਏ। ਜਿਵੇਂ ਆਪਾਂ ਅਰਦਾਸ ਦੇ ਵਿੱਚ ਵੀ ਮੰਗ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਜਿਹੜੇ ਫਿਰ ਇਹਨਾਂ ਗੁਰਮੁਖਾਂ ਨੂੰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਅਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਦਰ ਤੋਂ ਜਿਹੜੇ ਸਤਿਕਾਰੇ ਹੋਏ ਗੁਰਮੁਖ ਸਨ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ, ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ। ਤੇ ਫਿਰ ਵੱਡੇ ਭਾਗ ਜਿਨ ਕੇ ਜਗ ਜਾਖੇ, ਗੁਰ ਮਿਲ ਪ੍ਰਭੂ ਪ੍ਰੇਮ ਮਹਿ ਪਾਖੇ। ਉਹਨਾਂ ਦੇ ਜਗਤ ਵਿੱਚ ਵੱਡੇ ਭਾਗ ਜਾਗ ਪਏ ਸਨ। ਗੁਰੂ ਜੀ ਨੂੰ ਮਿਲ ਕੇ ਉਹ ਪ੍ਰਭੂ ਪ੍ਰੇਮ ਵਿੱਚ ਮਗਨ ਹੋ ਗਏ। ਉਹਨਾਂ ਗੁਰਮੁਖਾਂ ਦਾ ਸੰਸਾਰ ਤੇ ਆਉਣਾ ਸਾਧ ਸੰਗਤ ਜੀ ਸਫਲਾ ਹੋ ਗਿਆ। ਇਤ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਪ੍ਰਥਮ ਰਾਸੇ।
ਇਹ ਸਾਧ ਸੰਗਤ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਪਹਿਲੀ ਰਾਸ ਦਾ ਸਿੱਖਿਆਨ ਪ੍ਰਸੰਗ ਵਰਣਨ। ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਜਿਹੜੇ ਸਿੱਖ ਹੋਏ ਨੇ ਉਹਨਾਂ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਦਵਾਦਸ਼ਮੋ ਅੰਸ਼। ਦਵਾਦਸ਼ਮੋ, ਦਸ਼ਮੋ ਮਤਲਬ 10, ਦਵਾ ਮਤਲਬ 2। ਇੱਥੇ ਸਾਧ ਸੰਗਤ ਜੀ 12 ਨੰਬਰ ਅੰਸੂ ਭਾਵ 12 ਨੰਬਰ ਜਿਹੜਾ ਅਧਿਆਏ ਹੈ ਉਹ ਇੱਥੇ ਸਮਾਪਤ ਹੁੰਦਾ ਹੈ ਵੀ ਕਿਵੇਂ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸੇਵਕਾਂ ਦਾ ਭਾਰ ਉਤਾਰਾ ਕੀਤਾ। ਇਸ ਤੋਂ ਅਗਲੀਆਂ ਜਿਹੜੀਆਂ ਕਥਾ ਵਿਚਾਰਾਂ ਨੇ ਅਗਲਾ ਜਦੋਂ ਫਿਰ 13ਵਾਂ ਅਧਿਆਏ ਸ਼ੁਰੂ ਹੋਵੇਗਾ ਉਹ ਕਥਾ ਵਿਚਾਰਾਂ ਆਪ ਸੰਗਤਾਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰੋਗੇ। ਅੱਜ ਦੇ ਵਕਤ ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ।